नौवें महल्ले दे पावन सलोक आपां विचार रहे हैं। 30 सलोक जगत गुरु श्री गुरु तेग बहादुर साहब नौवें पातशाह दे उचारण कीते आपां विचार लए ने। 31वां सलोक महाराज जी उचारदे हन। सरवण करन तो पहला हाजरी लवाउंदे आखो जी सतनाम श्री वाहे गुरु साहिब जी। प्राणी राम न चेतई मद माया कै अंध। हे प्राणी, तू राम दे नाम दा चिंतन नहीं करदा, उस रमे हुए राम नू चेतदा नहीं जो सब विच वसदा, सारियां विच जिस दी जोत है, तू उसका चिंतन नहीं करदा। क्यों चिंतन नहीं कर रहा? क्योंकि मद माया कै अंध, माया दे हंकार दे विच तू अन्ना होया फिरदा, माया दे अभिमान विच अन्ना होया फिरदा। हुण माया दे अभिमान करके अन्ने होए मनुख नूं राम चेते नहीं आउंदा, परमेश्वर चेते नहीं आउंदा। पिछे भी कह आए ने मन माया मैं फद रहो बिसरियो गोबिंद नाम। माया दे हंकार दे नशे विच मत्ते होए मनुख नूं राम चेते नहीं आउंदा। कहो नानक हर भजन बिन पारत ताहे जम फंध। धन श्री गुरु तेग बहादुर साहब जी फरमाउंदे ने कि हरि दे भजन तो बिना जीव दे गल दे विच जम्मां दियां फाइयां पैंदियां हन। परत ताहे जम फंद। परमेश्वर दे भजन तो बिना, हरि दे भजन तो बिना ਇਹਦੇ ਗਲ ਵਿੱਚ ਜੰਮਾਂ ਦੀਆਂ ਫਾਈਆਂ ਪੈਂਦੀਆਂ ਹਨ। ਸੁਖ ਮੈਂ ਬਹੁ ਸੰਗੀ ਪਾਏ ਦੁੱਖ ਮੈਂ ਸੰਗ ਨ ਕੋਏ। ਪਾਤਸ਼ਾਹ ਕਹਿੰਦੇ ਆ ਸੰਸਾਰ ਦੇ ਸਾਰੇ ਸੱਜਣ ਮਿੱਤਰ ਸੰਬੰਧੀ ਸੁਖ ਦੇ ਵਿੱਚ ਸੰਗੀ ਨੇ। ਸੁਖ ਵਿੱਚ ਬੜੇ ਸੰਗੀ ਨੇ, ਸੁਖ ਵਿੱਚ ਬੜੇ ਸਨੇਹੀ ਨੇ, सुख विच बड़े मित्र यार दोस्त ने। पर जदों दुख पैंदा दुख मैं संग ना कोई, जिहड़ा वो दुख है उस वेले कोई संगी नहीं। जिस दुख ते तकलीफ विचों कोई मनुख गुजर रहा हुंदा, कोल खलोता सज्जन मित्र सरबंधी अफसोस ही कर सकदा ना। ਜਿਹੜੀ ਉਹ ਪੀੜਾ ਇਹਨੂੰ ਵਿਆਪ ਰਹੀ ਹੈ ਉਹਨੂੰ ਵੰਡ ਤਾਂ ਨਹੀਂ ਸਕਦਾ ਵੀ ਮੈਂ ਲੈ ਲੈਣਾ ਤੇਰੇ ਹਿੱਸੇ ਦੀ। ਉਦੋਂ ਤਾਂ ਨਹੀਂ ਉਹ ਸੰਗੀ ਹੋ ਸਕਦਾ। ਫਿਰ ਕਦੋਂ ਤੱਕ ਹੋਵੇਗਾ ਉਹ? ਇਸ ਕਰਕੇ ਗੁਰਦੇਵ ਕਹਿੰਦੇ ਦੁੱਖ ਦੇ ਵਿੱਚ ਕੋਈ ਸੰਗੀ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰ। विपत परे सब हूँ संग छाड़ तो को ना आवत नेरा। घर की नार बहुत हित जास्यों सदा रहत संग लागी। जब ही हंस तजी यह काया प्रेत प्रेत कर भागी। उस दुख दे विच किसे संगी नहीं होना। सब सुख दे स्नेही ने, सुख दे मित्र ने। सुख मैं बहु संगी भये दुख मैं संग ना। एक एक सलोक इन्ने कमाल दा मेरे साहब ने उचारण किया, साडी सारी जिंदगी दा निचोड़ एक एक सलोक च आ जांदा। तत इस तो परे किहड़ा ज्ञान हो सकता? मैं इस तरह अनुभव करदा कि साहब जो कह रहे ने इस तो परे कोई ज्ञान हो ही नहीं सकता। और किन्ने सरल लफ्जां विच, किन्ने सरल शब्दां विच महाराज इतना चोटी दा ज्ञान सानू समझा दिंदे। चोटी दा ज्ञान। साहब कहते दुख विच संगी नहीं है कोई। हाँ जी। कहो नानक हर भज मना
ਅੰਤ ਸਹਾਈ ਹੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਮੇਰਿਆ ਮਨਾ ਹਰੀ ਦਾ ਭਜਨ ਕਰ, ਕਿਉਂਕਿ ਅੰਤਮ ਸਮੇਂ ਜਦੋਂ ਦੁੱਖ ਵਿੱਚ ਕਿਸੇ ਸਹਾਈ ਨਹੀਂ ਹੋਣਾ, ਉਸ ਭਜੇ ਹੋਏ ਨਾਮ ਨੇ ਹੀ ਤੇਰਾ ਮਦਦਗਾਰ ਹੋਣਾ, ਤੇਰਾ ਸਹਾਈ ਹੋਣਾ। ਅੰਤ ਸਹਾਈ ਹੋਏ, ਅੰਤਲੇ ਸਮੇਂ ਤਾਂ ਬਸ ਪਰਮੇਸ਼ਰ ਦੇ ਭਜਨ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਹੋਰ ਕਿਸੇ ਨੇ ਸੰਗੀ ਨਹੀਂ ਹੋਣਾ, ਹੋਰ ਕਿਸੇ ਨੇ ਸਾਥੀ ਨਹੀਂ ਹੋਣਾ। ਇੱਕ ਨਿਰੰਕਾਰ ਪਰਮੇਸ਼ਰ ਦਾ ਭਜਨ ਹੈ ਜਿਸ ਨੇ ਅੰਤਮ ਸਮੇਂ ਤੇਰੀ ਸਹਾਇਤਾ ਕਰਨੀ ਹੈ। ਜਨਮ ਜਨਮ ਪਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਨਮਾਂ ਜਨਮਾਂ ਤੋਂ ਭਰਮਦਾ ਫਿਰਿਆ। ਇੱਕ ਜਨਮ ਦੀ ਭਰਮਣ ਦੀ ਗੱਲ ਹੋਵੇ ਤਾਂ ਸ਼ਾਇਦ ਇੱਥੇ ਤਾਂ ਕਹਿੰਦੇ ਕਈ ਜਨਮ ਹੋ ਗਏ ਨੇ ਭਰਮਦਿਆਂ ਭਰਮਦਿਆਂ ਭਰਮਦਿਆਂ। ਹਰ ਜਨਮ 'ਚ ਭਰਮਦਿਆਂ ਭਰਮਦਿਆਂ ਫਿਰਦਿਆਂ, ਹੇ ਪ੍ਰਭੂ ਮੇਰੇ ਮਨ ਵਿੱਚੋਂ ਜੰਮਾਂ ਦਾ ਤਰਾਸ ਨਹੀਂ ਮਿਟਿਆ। ਹਰ ਜਨਮ ਮਿਲਦਾ ਜੰਮ ਫੇਰ ਆ ਕੇ ਮਾਰ ਦਿੰਦੇ ਆ, ਜਨਮ ਮਿਲਦਾ ਜੰਮ ਫੇਰ ਆ ਕੇ ਤਰਾਸ ਦੇ ਦਿੰਦੇ ਆ। ਇਹਨਾਂ ਜੰਮਾਂ ਤੋਂ ਛੁਟਕਾਰਾ ਹੁੰਦਾ ਹੀ ਨਹੀਂ, ਇਹਨਾਂ ਤੋਂ ਡਰ ਜਿਹੜਾ ਇਹਨਾਂ ਦਾ ਭੈ ਆ ਉਹਦੇ ਤੋਂ ਮੈਂ ਮੁਕਤ ਹੀ ਨਹੀਂ ਹੁੰਦਾ। ਮਿਟਿਓ ਨਾ ਜਮ ਕੋ ਤਰਾਸ। ਮੌਤ ਦੇ ਜਿਹੜੇ ਫਰਿਸ਼ਤੇ ਕਹੇ ਜਾਂਦੇ ਨੇ ਜਮ, ਆਪਾਂ ਜਮ ਕਹਿ ਦਿੰਦੇ ਆ, ਮੁਸਲਮਾਨ ਵੀਰ ਮੌਤ ਦੇ ਫਰਿਸ਼ਤੇ ਕਹਿ ਦਿੰਦੇ ਆ। ਕਹਿੰਦੇ ਮੌਤ ਦੇ ਜਿਹੜੇ ਫਰਿਸ਼ਤੇ ਨੇ ਇਹਨਾਂ ਦਾ ਜਿਹੜਾ ਤਰਾਸ ਹੈ, ਡਰ ਹੈ, ਉਹ ਨਹੀਂ ਮਿਟਿਆ। ਕਈ ਜਨਮ ਹੋ ਗਏ ਨੇ ਭਰਮਦਿਆਂ ਭਰਮਦਿਆਂ ਫਿਰਦਿਆਂ ਫਿਰਦਿਆਂ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵਹਿ ਬਾਸ। ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਹਾਲੇ ਵੀ ਵੇਲਾ, ਹਰੀ ਦਾ ਭਜਨ ਕਰ ਲੈ। ਜੇ ਹਰੀ ਦਾ ਭਜਨ ਕਰੇਗਾ ਤੇ ਨਿਰਭਉ ਪਦਵੀ ਵਿੱਚ ਤੈਨੂੰ ਵਾਸਾ ਪ੍ਰਾਪਤ ਹੋਵੇਗਾ, ਜਿੱਥੇ ਜਾ ਕੇ ਜੰਮਾਂ ਦਾ ਭੈ ਨਹੀਂ ਵਿਆਪੇਗਾ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵਹਿ ਬਾਸ। ਨਿਰਭਉ ਪਦਵੀ ਚ ਵਾਸਾ ਮਿਲੇਗਾ ਜਦੋਂ ਉਹਦਾ ਭਜਨ ਕਰੇਗਾ। ਉੱਪਰ ਕਹਿ ਆਏ ਨੇ ਨਾ ਵੀ ਜੰਮਾਂ ਦਾ ਤਰਾਸ ਨਹੀਂ ਮਿਟਦਾ। ਹੁਣ ਕਹਿੰਦੇ ਕਿਵੇਂ ਮਿਟੇਗਾ, ਤਰੀਕਾ ਵੀ ਦੱਸਦੇ ਆ। ਕਹਿੰਦੇ ਰੱਬ ਦਾ ਭਜਨ ਕਰ, ਹਰੀ ਦਾ ਭਜਨ ਕਰ। ਜਿਵੇਂ ਜਿਵੇਂ ਹਰੀ ਦਾ ਭਜਨ ਕਰੇਗਾ ਤਿਵੇਂ ਤਿਵੇਂ ਤੈਨੂੰ ਨਿਰਭਉ ਪਦਵੀ ਦੇ ਵਿੱਚ ਨਿਵਾਸ ਪ੍ਰਾਪਤ ਹੋਵੇਗਾ। ਹਾਂਜੀ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਮੈਂ ਬੜੇ ਯਤਨ ਕਰ ਰਿਹਾ, ਕਈ ਯਤਨ ਕਰ ਰਿਹਾ ਵੀ ਮੇਰੇ ਮਨ ਦਾ ਮਾਣ ਮਿਟ ਜਾਏ। ਇਸ ਮਾਣ ਨੂੰ ਮਿਟਾਉਣ ਦੇ ਬੜੇ ਯਤਨ ਕਰਦਾ, ਪਰ ਇਹ ਮਨ ਦਾ ਮਾਣ ਮਿਟਦਾ ਨਹੀਂ। ਆਪਣੇ ਵੱਲੋਂ ਯਤਨ ਕਰਕੇ ਕਹਿਣਾ ਵੀ ਮੈਂ ਨਹੀਂ ਮਾਣ ਕਰਦਾ, ਪਰ ਫਿਰ ਵੀ ਮਾਣ ਆ ਜਾਂਦਾ ਹੈ। ਮੈਂ ਮਾਣ ਨਹੀਂ ਕਰਦਾ, ਇਹ ਵੀ ਮਾਣ ਆ ਜਾਂਦਾ ਹੈ। ਮੈਂ ਬੜੇ ਯਤਨ ਕੀਤੇ ਇਸ ਮਾਣ ਨੂੰ ਮਿਟਾਉਣ ਦੇ। ਪਹਿਲਾਂ ਇਸ ਤਨ ਦਾ ਮਾਣ ਸੀ, ਸਰੀਰ ਦਾ ਮਾਣ ਸੀ, ਤੇ ਆਖਿਆ ਮਨਾ ਇਹ ਸਰੀਰ ਦਾ ਮਾਣ ਕਾਹਦਾ ਕਰਨਾ, ਇਹਨੂੰ ਵੀ ਜਰਾ ਰੋਗ ਨੇ ਆ ਕੇ ਗਰਸ ਲੈਣਾ। ਇਹ ਮਿੱਟੀ ਦੀ ਢੇਰੀ ਦਾ ਮਾਣ ਕਾਹਦਾ ਕਰਨਾ, ਇਹ ਬਾਲੂ ਦੀ ਭੀਤ ਵਾਂਗੂ ਹੈ, ਕਿਹੜੇ ਵੇਲੇ ਕਿਰ ਜਾਏ ਢਹਿ ਜਾਏ। ਇਹਦੇ ਤੋਂ ਮਾਣ ਉੱਠਿਆ ਤੇ ਕਿਸੇ ਹੋਰ ਤੇ ਜਾ ਟਿਕਿਆ, ਪਦਾਰਥਾਂ ਤੇ ਜਾ ਟਿਕਿਆ, ਵਸਤੂਆਂ ਤੇ ਜਾ ਟਿਕਿਆ, ਪੁੱਤਰਾਂ ਧੀਆਂ ਤੇ, ਪਰਿਵਾਰਾਂ ਤੇ, ਭਰਾਵਾਂ ਤੇ, ਰਿਸ਼ਤੇਦਾਰਾਂ ਤੇ, ਯਾਰਾਂ ਦੋਸਤਾਂ ਤੇ ਜਾ ਟਿਕਿਆ। ਮੈਂ ਬੜੇ ਯਤਨ ਕੀਤੇ, ਮੇਰੇ ਯਤਨ ਕਰਦਿਆਂ ਕਰਦਿਆਂ ਮੇਰੇ ਮਨ ਦਾ ਮਾਣ ਨਹੀਂ ਮਿਟਿਆ। ਮਿਟਿਓ ਨਾ ਮਨ ਕੋ ਮਾਨ, ਮਨ ਦਾ ਮਾਣ ਦੂਰ ਨਹੀਂ ਹੋਇਆ। ਦੁਰ ਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਮੇਰੇ ਕੋਲੋਂ ਆਪਣੇ ਆਪ ਇਹ ਮਾਣ ਨਹੀਂ ਪਿਆ ਮੁੱਕਦਾ। ਹੈ ਪ੍ਰਭੂ, ਮੈਂ ਖੋਟੀ ਮੱਤ ਵਿੱਚ ਫਸਿਆ ਹੋਇਆ।
ਏਦਾਂ ਬੇਨਤੀ ਕਰੋ ਆਪਣੇ ਮਾਲਕ ਦੇ ਚਰਨਾਂ 'ਚ। ਦੁਰਮਤ ਸਿਉ ਨਾਨਕ ਫਦਿਓ, ਖੋਟੀ ਮੱਤ ਵਿੱਚ ਮੈਂ ਫਸਿਆ ਹੋਇਆ। ਨੌਵੇਂ ਪਾਤਸ਼ਾਹ ਕਹਿੰਦੇ ਏਦਾਂ ਬੇਨਤੀ ਕਰੋ ਕਿ ਮਹਾਰਾਜ ਜਿਹੜੀ ਖੋਟੀ ਮੱਤ ਹੈ ਉਸ ਖੋਟੀ ਮੱਤ ਵਿੱਚ ਮੈਂ ਫਸਿਆ ਹੋਇਆ, ਰਾਖ ਲਿਹੋ ਭਗਵਾਨ। ਹੇ ਭਗਵਾਨ ਜੀ ਕਿਰਪਾ ਕਰਕੇ ਰੱਖ ਲਓ, ਤੁਸੀਂ ਰੱਖ ਲਓ। ਮੈਂ ਆਪਣੇ ਯਤਨ ਕਰਕੇ ਹਾਰ ਗਿਆ, ਮੇਰੇ ਯਤਨ ਨਹੀਂ ਚੱਲ ਸਕੇ, ਤੁਸੀਂ ਆਪ ਤਰਸ ਕਰਕੇ ਕਿਰਪਾ ਕਰਕੇ ਰੱਖ ਲਓ। ਮਨੁੱਖਾਂ ਦੇ ਯਤਨ ਫੇਲ ਹੋ ਗਏ ਨੇ ਦਾਤਾ ਜੀ। ਸੰਸਾਰ ਦੇ ਜੀਆਂ ਦੇ ਯਤਨ ਕੀਤੇ ਹੋਏ ਫੇਲ ਹੋ ਗਏ ਨੇ, ਇਹਨਾਂ ਦੀਆਂ ਕੀਤੀਆਂ ਸਾਇੰਸ ਦੀਆਂ ਤਰੱਕੀਆਂ ਫੇਲ ਹੋ ਗਈਆਂ ਨੇ। ਹੇ ਹਰੀ ਆਪ ਕਿਰਪਾ ਕਰਕੇ ਇਸ ਜਗਤ ਜਲੰਦੇ ਨੂੰ ਰੱਖ ਲੋ, ਇਹ ਤੁਹਾਡੇ ਜੀ ਹਨ। ਹੇ ਭਗਵਾਨ ਜੀ ਰੱਖ ਲੋ। ਇਹ ਬੇਨਤੀ ਆਪਣੇ ਮਾਲਕ ਦੇ ਚਰਨਾਂ 'ਚ ਕਰੀਏ। ਰਾਖ ਲਿਹੋ ਭਗਵਾਨ, 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 ਰਾਖ ਲਿਹੋ ਭਗਵਾਨ। ਦੁਰਮਤ ਸਿਉ ਨਾਨਕ ਫਦਿਓ, ਮਹਾਰਾਜ ਖੋਟੀ ਮੱਤ 'ਚ ਅਸੀਂ ਫਸੇ ਹੋਏ ਹਾਂ। ਹੇ ਭਗਵਾਨ ਜੀ, ਹੇ ਮਾਲਕ ਜੀ, ਹੇ ਸੁਆਮੀ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਓ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਮਨੁੱਖੀ ਜ਼ਿੰਦਗੀ ਨੂੰ ਤਿੰਨ ਪੜਾਵਾਂ 'ਚ ਸਤਿਗੁਰੂ ਵੰਡਦੇ ਆ। ਕਹਿੰਦੇ ਇੱਕ ਬਚਪਨ, ਦੂਸਰਾ ਜਵਾਨੀ, ਤੀਸਰਾ ਬੁਢੇਪਾ। ਇਹ ਤਿੰਨ ਪੜਾਅ ਕਹਿ ਸਕਦੇ ਹਾਂ। ਮੁੱਖ ਰੂਪ ਵਿੱਚ ਮਹਾਰਾਜ ਜੀ ਨੇ 10 ਪੜਾਅ ਵੀ ਦੱਸੇ ਨੇ ਮਨੁੱਖੀ ਜ਼ਿੰਦਗੀ ਦੇ। 10 ਬਾਲ ਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਖਿਸੈ, 60 ਕੈ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਹਿਜਾਸਣੀ, ਮੂਲ ਨਾ ਜਾਣੈ ਅਪ ਬਾਲ। ਏਦਾਂ 10 ਪੜਾਵਾਂ ਵਿੱਚ ਵੀ ਵੰਡਦੇ, ਉਹ 10 ਹਿੱਸੇ। ਪਰ ਮੁੱਖ ਰੂਪ ਵਿੱਚ ਬਚਪਨ, ਜਵਾਨੀ ਔਰ ਬੁਢੇਪਾ। ਸਾਹਿਬ ਕਹਿੰਦੇ ਤਿੰਨ ਅਵਸਥਾਵਾਂ ਜਾਣੋ, ਬਾਲ ਜਵਾਨੀ ਔਰ ਬਿਰਧ ਫੁਨ। ਬਾਲਪਨਾ, ਜਵਾਨੀ, ਬਚਪਨ ਪੁਣੇ, ਬਾਲਪੁਣੇ ਦੀ ਅਵਸਥਾ ਤਾਂ ਅਣਜਾਣ ਪੁਣੇ 'ਚ ਬੀਤ ਗਈ, ਸੋਝੀ ਨਹੀਂ। ਜਵਾਨੀ ਆਪ ਉਦਰੀਆਂ ਕਰਦਿਆਂ ਹੰਕਾਰ ਦੇ ਵਿੱਚ ਹੀ ਬੀਤ ਗਈ। ਤੋ ਜਦੋਂ ਬਿਰਧ ਪਹੁ ਹੋ ਗਿਆ ਤੇ ਕਾਲ ਬਿਰਧ ਪਿਓ ਸੂਝਾ ਨਹੀਂ, ਕਾਲ ਪਹੁੰਚਿਓ ਆਨ। ਫਿਰ ਵੀ ਇਹਨੂੰ ਸੋਝੀ ਨਹੀਂ ਆਈ। ਸਾਹਿਬ ਕਹਿੰਦੇ ਜਿਹੜੀਆਂ ਇਹ ਤਿੰਨ ਅਵਸਥਾਵਾਂ ਕਹੀਆਂ ਹਨ, ਇਹ ਜਾਣ ਲਓ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਤਿੰਨੇ ਅਵਸਥਾਵਾਂ ਹਰੀ ਦੇ ਭਜਨ ਤੋਂ ਬਿਨਾਂ ਵਿਅਰਥ ਨੇ। ਚਾਹੇ ਉਹ ਬਚਪਨ ਦੀ ਅਵਸਥਾ ਕਹੀਏ, ਚਾਹੇ ਜਵਾਨੀ ਦੀ, ਤੇ ਚਾਹੇ ਬੁਢੇਪੇ ਦੀ। ਜਿਹੜਾ ਸਮਾਂ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬੀਤਦਾ ਉਹ ਵਿਅਰਥ ਹੈ। ਜਿਹੜਾ ਸਮਾਂ ਵੀ ਬੀਤਦਾ, ਚਾਹੇ ਉਹ ਬਚਪਨ ਦਾ ਹੀ ਕਿਉਂ ਨਾ ਹੋਵੇ, ਚਾਹੇ ਉਹ ਜਵਾਨੀ ਦਾ ਹੋਵੇ, ਤੇ ਚਾਹੇ ਉਹ ਬੁਢੇਪੇ ਦਾ ਹੋਵੇ। ਜਿਹੜਾ ਸਮਾਂ ਜਾਂ ਜਿਹੜੀ ਅਵਸਥਾ ਹਰੀ ਦੇ ਭਜਨ ਤੋਂ ਬਿਨਾਂ ਬੀਤਦੀ ਹੈ, ਉਹ ਪਾਤਸ਼ਾਹ ਕਹਿੰਦੇ ਨੇ ਵਿਅਰਥ ਹੈ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। ਤੂੰ ਇਹ ਸਾਰੀ ਜ਼ਿੰਦਗੀ, ਸਾਰਾ ਜੀਵਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਵਿਅਰਥ ਹੈ, ਫਜ਼ੂਲ ਹੈ। ਹਾਂਜੀ। ਕਰਨੋ ਹੂ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਜੋ ਕਰਨਾ ਸੀ ਉਹ ਕੀਤਾ ਹੀ ਨਹੀਂ। ਕਰਨੋ ਹੋ ਤੋ
ਜੋ ਕਰਨ ਆਏ ਸੀ ਉਹ ਕੀਤਾ ਨਹੀਂ, ਸੋ ਨਾ ਕਿ ਉਹ ਨਹੀਂ ਕੀਤਾ, ਪਰ ਉਹ ਲੋਭ ਕੈ ਫੰਦ, ਲਾਲਚ ਤੇ ਲੋਭ ਦੇ ਫੰਦ ਦੇ ਵਿੱਚ, ਫਾਈ ਦੇ ਵਿੱਚ ਫਸਿਆ ਰਿਹਾ। ਜੋ ਕਰਨ ਆਇਆ ਸੀ ਉਹ ਨਹੀਂ ਕੀਤਾ, ਉਹ ਕਰ ਹੀ ਨਹੀਂ ਸਕਿਆ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਨਾਨਕ ਸਮਿਓ ਦਾ ਇੱਥੇ ਮਤਲਬ ਹੈ ਸਮਾਂ, ਜਿਹੜਾ ਮਨੁੱਖੀ ਜ਼ਿੰਦਗੀ ਦਾ ਸਮਾਂ ਸੀ। ਮਹਾਰਾਜ ਜੀ ਕਹਿੰਦੇ ਸਮਿਓ ਰਮ ਗਇਓ, ਰਮ ਗਇਓ ਦਾ ਮਤਲਬ ਲੰਘ ਗਿਆ ਜ਼ਿੰਦਗੀ ਦਾ ਸਮਾਂ। ਜਿਹੜਾ ਮਨੁੱਖੀ ਜੀਵਨ ਦਾ ਸਮਾਂ ਸੀ ਉਹ ਬੀਤ ਗਿਆ, ਤੇ ਜਦੋਂ ਬੀਤ ਗਿਆ ਤੇ ਹੁਣ ਅੰਨਿਆ, ਹੁਣ ਰੋ ਕੇ ਕੀ ਫਾਇਦਾ? ਅਬ ਕਿਉਂ ਰੋਵਤ ਅੰਧ, ਅੰਨਿਆ ਹੁਣ ਰੋਣ ਦਾ ਕੀ ਫਾਇਦਾ? ਪਹਿਲਾਂ ਅੱਖਾਂ ਨਹੀਂ ਖੋਲੀਆਂ, ਹੁਣ ਜਦੋਂ ਲੰਘ ਗਈ ਜ਼ਿੰਦਗੀ, ਸਾਹ ਮੁੱਕ ਗਏ, ਤੇ ਹੁਣ ਰੋਂਦਾ, ਹੁਣ ਪਛਤਾਉਂਦਾ, ਜੰਮਾਂ ਦੀ ਮਾਰ ਖਾਂਦਾ ਹੋਇਆ। ਕਹਿੰਦੇ ਹੁਣ ਰੋਣ ਦਾ ਕੀ ਫਾਇਦਾ? ਹੁਣ ਕਿਹੜੀ ਗੱਲੇ ਰੋਣਾ? ਜਿਹੜਾ ਸਮਾਂ ਮਿਲਿਆ ਸੀ ਪਰਮੇਸ਼ਰ ਦਾ ਭਜਨ ਕਰਨ ਵਾਸਤੇ, ਉਹ ਕੀਤਾ ਹੀ ਨਹੀਂ ਕੰਮ ਤੂੰ। ਲੋਭ ਦੀਆਂ ਫਾਹੀਆਂ 'ਚ ਫਸ ਕੇ ਜੋ ਕਰਨ ਆਇਆ ਸੀ ਉਹਦੇ ਤੋਂ ਖੁੰਝ ਕੇ, ਜਿਨ੍ਹਾਂ ਕੰਮਾਂ ਦਾ ਕੋਈ ਮਤਲਬ ਹੀ ਨਹੀਂ ਉਹ ਕਰਕੇ ਚਲਾ ਜਾ ਰਿਹਾ। ਜ਼ਿੰਦਗੀ ਬੀਤ ਗਈ, ਹੁਣ ਅੰਨ੍ਹਿਆ ਰੋ ਕੇ ਕੀ ਫਾਇਦਾ ਹੋਣਾ? ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਗੁਰਦੇਵ ਦੇ ਅੰਮ੍ਰਿਤ ਬਚਨ ਨੇ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਜ ਅੰਮ੍ਰਿਤ ਸੰਚਾਰ ਹੋਣਾ 10 ਵਜੇ। ਮੱਸਿਆ ਦਾ ਦਿਨ ਹੈ ਕਿ ਅੱਜ ਮੱਸਿਆ ਦਾ ਦਿਹਾੜਾ ਹੈ। ਤੋ ਮੱਸਿਆ ਵਾਲੇ ਦਿਨ ਔਰ ਪੂਰਨਮਾਸ਼ੀ ਵਾਲੇ ਦਿਨ ਮਹੀਨੇ 'ਚ 2 ਵਾਰ ਅੰਮ੍ਰਿਤ ਸੰਚਾਰ ਹੁੰਦਾ। ਖੰਡੇ ਦੀ ਪੌਲ ਤਿਆਰ ਹੁੰਦੀ ਹੈ। 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਜਿਨ੍ਹਾਂ ਮਾਈਆਂ ਭਾਈਆਂ ਨੇ ਖੰਡੇ ਦੀ ਪੌਲ ਛਕਣੀ ਹੈ ਉਹ ਤਿਆਰ ਹੋ ਕੇ ਹਾਜ਼ਰ ਹੋ ਜਾਓ ਔਰ ਖੰਡੇ ਦੀ ਪੌਲ ਛਕ ਕੇ ਗੁਰੂ ਵਾਲੇ ਬਣੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।